परम सत्कारयोग सतगुरां दी साजी और नवाजी हुई साध संगत जीओ, आप माई भाई काफ़ी समय तो गुरमुख प्यारिਆਂ ਦੇ ਪਾਸੋਂ ਰੱਬੀ ਗੁਰਬਾਣੀ ਦੇ ਕੀਰਤਨ ਸਰਵਣ ਕਰਦੇ, ਗੁਰਬਾਣੀ ਸਰਵਣ ਕਰਦੇ ਆ ਰਹੇ ਸੀ। ਆਓ ਸਾਰੇ ਹੀ ਧੰਨਤਾ ਦੇ ਯੋਗ ਹਾਂ, ਜਿਨ੍ਹਾਂ ਨੂੰ ਗੁਰੂ ਜੀ ਦੇ ਚਰਨਾਂ ਦੇ ਵਿੱਚ ਬੈਠ ਕੇ ਗੁਰਬਾਣੀ ਸਰਵਣ ਕਰਨ ਦੇ ਸੁਭਾਗ ਸਮੇਂ ਪ੍ਰਾਪਤ ਹੋਏ ਹਾਂ। और कल संगराम का दिहाड़ा सी ते परसों भीखम साह कढ़ाम दे रहन वाला मुसलमान फकीर गोविंद राय जी दे दर्शन करने वास्ते पटने की धरती ते पटना साहिब की धरती ते दर्शन करने वास्ते गया ते दर्शन करके बड़ा निहाल होया ते मन दी इच्छा भावना भी पूरियां मन दियां कीतियां, क्योंकि सतगुरु जी कट कट के अंतर की जानत, भले बुरे की पीर पछानत। सतगुरु जी सारियां दे मन दियां इच्छा भावना पूरियां करते ने। दर्शन करके निहाल 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 होया। आओ अवतार समय देश की हालत इतो अगे के गुरु जी का पवित्र जीवन चरित्र आरंभ किया जावे। सानू पहला भारत देश दे धार्मिक ते राजसी दशा उत्ते विचार करनी भी जरूरी है, क्योंकि जिहड़ा व्यक्ति भी अवतार धर के संसार विच आउंदा है, उसनों इन्हां दोहां पक्षां दा सुधार करन वास्ते ही भेजिया जांदा है। उस समय दे बिगड़े हालात, कोई रोटी पानी चज नाल नहीं खा सकदा सी, कोई रह नहीं सकदा सी। औरंगजेब ने बड़े तंग परेशान किए हुए सन। तां गुरमुख प्यारिओ, औरंगजेब एक कट्टड़ मुसलमान, वो अपनी राजसी मजहबी उन्नति वास्ते जो भी वध घट सख्ती हिंदुआं दे उत्ते करदा सी, हिंदुआं दे उत्ते बड़ी सख्ती करदा सी। और हिंदू कौम वास्ते इसदा राज जुल्म दा राज सी। हिंदू लोकां दे उत्ते बड़ा जुल्म भारी करदा सी। सब तो पहला इसने अपने बीमार पिता शाहजहान नूं आगरे
ਦੇ ਕਿਲੇ ਵਿੱਚ ਕੈਦ ਕਰ ਦਿੱਤਾ। ਔਰੰਗਜ਼ੇਬ ਨੇ ਆਪਣੇ ਪਿਤਾ ਸ਼ਾਹਜਹਾਨ ਨੂੰ ਗੁਰਮੁਖ ਪਿਆਰਿਓ ਆਗਰੇ ਦੇ ਕਿਲੇ ਵਿੱਚ ਕੈਦ ਕਰ ਦਿੱਤਾ ਅਤੇ ਫਿਰ ਆਪਣੇ ਤਿੰਨੇ ਭਰਾਵਾਂ ਦਾਰਾ ਸਕੋ, ਦੂਸਰਾ ਭਰਾ ਸੱਸਾ ਮੁਹੰਮਦ ਔਰ ਤੀਸਰਾ ਭਰਾ ਮੁਰੀਦ ਬਖਸ਼ ਨੂੰ ਜਿਵੇਂ ਕਿਵੇਂ ਕਤਲ ਕਰਾ ਕੇ ਆਪ ਨਿਚਿੰਤ ਹੋ ਕੇ ਦਿੱਲੀ ਦੇ ਤਖਤ ਉੱਤੇ ਬੈਠ ਗਿਆ ਸੀ। ਔਰੰਗਜ਼ੇਬ ਤਿੰਨ ਭਰਾਵਾਂ ਦਾ ਕਤਲ ਕਰਵਾ ਦਿੱਤਾ ਸੀ ਇਸਨੇ, ਤੇ ਆਪਣੇ ਪਿਤਾ ਨੂੰ ਕੈਦ ਕਰਕੇ ਫਿਰ ਦਿੱਲੀ ਦੇ ਤਖਤ ਦੇ ਉੱਤੇ ਬੈਠ ਗਿਆ। ਸੰਨ 1658 ਵਿੱਚ ਤਖਤ ਉੱਤੇ ਬੈਠ ਕੇ ਇਸਨੇ ਹਿੰਦੂਆਂ ਉੱਤੇ ਬੜੇ ਭਾਰੇ ਟੈਕਸ ਲਾ ਦਿੱਤੇ। ਕਿਸੇ ਹਿੰਦੂ ਨੂੰ ਆਰਥਿਕ ਤੌਰ ਤੇ ਮੁਸਲਮਾਨ ਤੋਂ ਵੱਡਾ ਨਹੀਂ ਸੀ ਹੋਣਾ ਦਿੰਦਾ। ਕੋਈ ਵੀ ਹਿੰਦੂ ਆਪਣੀ ਮਾਇਆ ਨੂੰ ਮੁਸਲਮਾਨਾਂ ਵਾਂਗੂ ਆਪਣੀ ਮਨਮਰਜ਼ੀ ਅਨੁਸਾਰ ਚੰਗੀ ਰਹਿਣੀ ਬਹਿਣੀ ਤੇ ਵਰਤ ਨਹੀਂ ਸੀ ਸਕਦਾ, ਔਰ ਰਾਜਸੀ ਪ੍ਰਬੰਧਾਂ ਵਿੱਚ ਕੋਈ ਵੀ ਹਿੰਦੂ ਦਾਖਲ ਨਹੀਂ ਸੀ ਦੇ ਸਕਦਾ ਅਤੇ ਨਾ ਹੀ ਕੋਈ ਹਿੰਦੂ ਰਾਜ ਵਿੱਚ ਮੁਸਲਮਾਨ ਵਰਗੀ ਆਜ਼ਾਦੀ ਸੀ। ਹਿੰਦੂਆਂ ਨੂੰ ਤੰਗ ਪਰੇਸ਼ਾਨ ਕੀਤਾ ਜਾਂਦਾ, ਹਿੰਦੂਆਂ ਨੂੰ ਤੰਗ ਪਰੇਸ਼ਾਨ ਕੀਤਾ ਜਾ ਰਿਹਾ ਸੀ। ਮਜ਼੍ਹਬੀ ਪੱਖ ਵੱਲੋਂ ਵੀ ਹਿੰਦੂ ਆਜ਼ਾਦ ਨਹੀਂ ਸਨ। ਔਰੰਗਜ਼ੇਬ ਨੇ ਹਿੰਦੂਆਂ ਦੇ ਧਾਰਮਿਕ ਮੇਲੇ, ਮੰਦਰਾਂ ਅਤੇ ਤੀਰਥਾਂ ਦੇ ਪੁਰਬ ਉੱਤੇ ਮਜ਼੍ਹਬੀ ਰਸਮੋ ਰਿਵਾਜ ਹੁਕਮਨ ਬੰਦ ਕਰ ਦਿੱਤੇ, ਸਭ ਕੁਝ ਬੰਦ ਕਰ ਦਿੱਤਾ ਅਤੇ ਤੀਰਥਾਂ ਦੇ ਪੁਰਬ ਅਤੇ ਮਜ਼੍ਹਬੀ ਰਸਮੋ ਰਿਵਾਜ ਹੁਕਮਨ ਬੰਦ ਕਰ ਦਿੱਤੇ ਸਨ। ਕੋਈ ਵੀ ਹਿੰਦੂ ਵੇਦਾਂ ਸ਼ਾਸਤਰਾਂ ਦਾ ਪਾਠ, ਮੰਦਰਾਂ ਵਿੱਚ ਪੂਜਾ ਤੇ ਸੰਖ ਪੂਰਨਾ ਟੱਲੀਆਂ ਵਜਾਉਣੀਆਂ, ਦੇਵੀ ਦੇਵਤਿਆਂ ਦੇ ਭਜਨ ਗਾਉਣੇ ਨਹੀਂ ਸੀ ਕਰ ਸਕਦਾ। ਇਹ ਚਾਹੁੰਦਾ ਸੀ ਸਾਰੇ ਪਾਸੇ ਅੱਲਾਹੂ ਅੱਲਾਹ ਹੋਏ। ਔਰੰਗਜ਼ੇਬ ਮੁਸਲਮਾਨਾਂ ਵਾਹਿਗੁਰੂ ਹਿੰਦੂਆਂ ਤੋਂ ਮੁਸਲਮਾਨ ਹਿੰਦੂ ਦੋ ਧਰਮ ਸਨ, ਦੋਨਾਂ ਧਰਮਾਂ ਤੋਂ ਇੱਕ ਬਣਾਉਣਾ ਚਾਹੁੰਦਾ ਸੀ। ਤਾਂ ਗੁਰਮੁਖ ਪਿਆਰਿਓ ਬੜੀ ਸਖਤੀ ਇਹਨਾਂ ਨੇ ਕੀਤੀ। ਕੋਈ ਵੀ ਭਜਨ ਨਹੀਂ ਸੀ ਗਾ ਸਕਦਾ ਔਰ ਨਹੀਂ ਸੀ ਕਰ ਸਕਦਾ ਕੋਈ ਪੂਜਾ। ਜਿਹੜਾ ਵੀ ਕੋਈ ਆਗਿਆ ਭੰਗ ਕਰਦਾ ਸੀ ਉਸ ਨੂੰ ਸਖਤ ਤੋਂ ਸਖਤ ਸਜ਼ਾ ਦਿੱਤੀ ਜਾਂਦੀ ਸੀ। ਹਿੰਦੂਆਂ ਦੇ ਵੱਡੇ ਵੱਡੇ ਪ੍ਰਸਿੱਧ ਮਥੁਰਾ, ਕਾਂਸੀ, ਅਯੁੱਧਿਆ, ਦੁਆਰਕਾ, ਨਵੋਨਾਥ ਤੇ ਪ੍ਰਯਾਗ ਆਦਿਕ ਸਥਾਨਾਂ ਨੂੰ ਢਾਹ ਕੇ ਉਹਨਾਂ ਉੱਤੇ ਮਸੀਤਾਂ ਬਣਵਾ ਦਿੱਤੀਆਂ ਸੀ ਔਰੰਗਜ਼ੇਬ ਨੇ। ਇਹ ਜਿਹੜੇ ਮੰਦਰਾਂ ਦੇ ਨਾਮ ਲਏ ਨੇ, ਇਹ ਢਵਾ ਕੇ ਇਹਨਾਂ ਉੱਤੇ ਮਸੀਤਾਂ ਬਣਵਾ ਦਿੱਤੀਆਂ ਸਨ ਔਰ ਮਜ਼੍ਹਬੀ ਸਜ਼ਾਵਾਂ ਦੇਣ ਵਾਸਤੇ ਉਸਨੇ ਕੱਟੜ ਮੁਸਲਮਾਨ ਕਾਜੀ ਤੇ ਮੁਲਾਣੇ ਰੱਖੇ ਹੋਏ ਸਨ। ਗੁਰਮੁਖ ਪਿਆਰਿਓ, ਧਰਮ ਤੇ ਕਰਮੀ ਜਿਹੜੇ ਵੀ ਕੋਈ ਹਿੰਦੂ ਪੰਡਤ ਹੈ ਸੀ, ਉਹ ਲੁਕ ਛਿਪ ਕੇ ਆਪਣੇ ਧਾਰਮਿਕ ਕੰਡ ਕਰਦੇ
ਫਿਰ ਹਰ ਵੇਲੇ ਮੁਸਲਮਾਨਾਂ ਦੇ ਗੋਲੇ ਬਣੇ ਰਹਿੰਦੇ ਸਨ। ਇਸ ਤਰ੍ਹਾਂ ਹਿੰਦੂ ਜਾਤੀ ਦੀ ਰਾਜਸੀ ਤੇ ਸਮਾਜਿਕ ਸਖਤੀ ਨਾ ਹੋਣ ਦੇ ਬਰਾਬਰ ਬੜੀ ਹਾਲਤ ਤਰਸਯੋਗ ਹੋ ਚੁੱਕੀ ਸੀ। ਤਾਂ ਗੁਰਮੁਖ ਪਿਆਰਿਓ, ਹਿੰਦੂ ਜਾਤੀ ਦੀ ਐਸੀ ਘਿਨਾਉਣੀ ਤੇ ਤਰਸਯੋਗ ਜਲੀਲ ਦਿਸ਼ਾ ਸਮੇਂ ਫਿਰ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਅਵਤਾਰ ਧਾਰਿਆ ਸੀ। ਆਖੋ ਸਤਿਨਾਮ। ਉਹ ਸੁਦੀ ਸਤਿਓ ਨੂੰ ਮਹਾਰਾਜ ਜੀ ਨੇ ਅਵਤਾਰ ਧਾਰਿਆ, ਜੋ ਪੋਹ ਸੁਦੀ ਸਤਿਓ 29 ਤਰੀਕ ਦੀ ਆ ਰਹੀ ਆ। ਆਪ ਜੀ ਨੇ ਜਿਸ ਮਰਦਾਨਗੀ ਤੇ ਦਲੇਰੀ ਨਾਲ ਟਾਕਰਾ ਕਰਕੇ ਇਸ ਜ਼ੁਲਮ ਦੇ ਰਾਜ ਤੇ ਅੰਧ ਅੰਧੇਰ ਨੂੰ ਹਿੰਦੂ ਜਾਤੀ ਤੋਂ ਦੂਰ ਕੀਤਾ, ਉਹ ਸੂਰਜ ਵਾਂਗੂ ਇਤਿਹਾਸ ਦੇ ਪੰਨਿਆਂ ਤੇ ਚਮਕ ਰਿਹਾ ਹੈ। ਉਸ ਨੂੰ ਅਗਲੇਰੇ ਪੰਨਿਆਂ ਤੇ ਪੜ੍ਹਿਆ ਜਾਏਗਾ, ਅੱਗੇ ਵਿਚਾਰ ਆਏਗੀ। ਹੁਣ ਗੁਰਮੁਖ ਪਿਆਰਿਓ, ਬਾਲ ਅਵਸਥਾ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਅਵਤਾਰ ਧਾਰਿਆ ਤੇ ਅਬਾਲ ਅਵਸਥਾ ਤਾਂ ਗੁਰਮੁਖ ਪਿਆਰਿਓ, ਦੁੱਧ ਚੁੰਗ ਅਬਾਲ ਅਵਸਥਾ ਵਿੱਚ ਮਾਤਾ ਜੀ ਜਿਸ ਪੰਘੂੜੇ ਵਿੱਚ ਗੋਬਿੰਦ ਰਾਏ ਜੀ ਨੂੰ ਸੌਣ ਵਾਸਤੇ ਤਥਾ ਖੇਡਣ ਵਾਸਤੇ ਟਹਿਲਾਉਂਦੇ ਸਨ, ਉਸ ਨੂੰ ਬੜੀਆਂ ਸੁੰਦਰ ਰੇਸ਼ਮੀ ਡੋਰਾਂ ਬੱਧੀਆਂ ਹੋਈਆਂ ਸਨ। ਸੇਵਾਦਾਰ ਉਹਨਾਂ ਨੂੰ ਫੜ ਕੇ ਪੰਘੂੜੇ ਨੂੰ ਝੁਲਾਉਂਦੇ ਰਹਿੰਦੇ ਤੇ ਬਾਲਕ ਗੁਰੂ ਜੀ ਗੋਬਿੰਦ ਰਾਏ ਜੀ ਉਸ ਵਿੱਚ ਆਪਣੀਆਂ ਬਾਹਾਂ ਲੱਤਾਂ ਉੱਚੀਆਂ ਕਰਕੇ ਖੇਡਦੇ ਤੇ ਬੱਚਿਆਂ ਵਾਂਗ ਹਸਾਉਂਦੇ ਰਹਿੰਦੇ। ਆਪ ਜੀ ਜਦ ਪੈਰਾਂ ਨੂੰ ਉੱਚਿਆਂ ਚੁੱਕ ਕੇ ਇੱਕ ਦੂਜੇ ਨਾਲ ਮਾਰਦੇ ਤਾਂ ਪੈਰਾਂ ਦੇ ਪੌਂਟੇ ਸਣ ਕਰਦੇ ਬੜੇ ਸੁੰਦਰ ਲੱਗਦੇ ਸਨ। ਮਾਤਾ ਗੁਜਰੀ ਜੀ ਪੰਘੂੜੇ ਪਾਸ ਬੈਠ ਕੇ ਬਾਲਕ ਗੁਰੂ ਜੀ ਨੂੰ ਖੇਡਦਿਆਂ ਵੇਖ ਕੇ ਬੜੇ ਖੁਸ਼ ਹੁੰਦੇ ਸਨ ਅਤੇ ਕਦੇ ਲਾਡ ਨਾਲ ਆਪ ਵੀ ਝੁਲਾਉਂਦੇ ਤੇ ਹਸਾਉਂਦੇ ਸਨ। ਜਦ ਗੁਰੂ ਜੀ ਕਾਲੇ ਪੈ ਜਾਂਦੇ ਤਾਂ ਗੋਦ ਚੁੱਕ ਕੇ ਦੁੱਧ ਦਿੰਦੇ ਤੇ ਲੋਰੀਆਂ ਦੇ ਕੇ ਖਿਡਾਉਂਦੇ ਸਨ। ਕੁਝ ਮਹੀਨੇ ਪੰਘੂੜੇ ਦੀ ਮੌਜ ਮਾਣ ਕੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਵਿਹੜੇ ਵਿੱਚ ਰਿੜਨ ਲੱਗ ਪਏ। ਆਪ ਜੀ ਦੀਆਂ ਅਗਲੀਆਂ ਦੋ ਦੰਦੀਆਂ ਵੀ ਨਿਕਲ ਪਈਆਂ। ਵਿਹੜੇ ਵਿੱਚ ਰਿੜ ਕੇ ਸੈਰ ਕਰਦੇ ਹੱਸਦੇ ਤੇ ਸੇਵਾਦਾਰ ਖਿਡਾਵਿਆਂ ਨੂੰ ਵੇਖ ਕੇ ਭੱਜਣ ਦਾ ਯਤਨ ਕਰਦੇ। ਖਿਡਾਵੇ ਵੀ ਬੜੀ ਸੂਝ-ਬੂਝ ਨਾਲ ਆਪ ਜੀ ਦਾ ਹਰ ਸਮੇਂ ਧਿਆਨ ਰੱਖਦੇ ਸਨ ਅਤੇ ਪਿਆਰ ਦੇ ਨਾਲ ਲੋਰੀਆਂ ਦਿੰਦੇ। ਗੁਰੂ ਜੀ ਦੇ ਹੱਥਾਂ ਦੇ ਕੜੀ, ਪੈਰਾਂ ਦੇ ਪੌਂਟੇ ਅਤੇ ਲੱਕ ਦੀ ਤਰਾਗੜੀ ਦੇ ਘੁੰਗਰੂ ਜਦੋਂ ਦੌੜਦੇ ਸਨ, ਇਹਨਾਂ ਦੀ ਸਣ ਸੁਣ ਕੇ ਸਾਰੇ ਖੁਸ਼ ਹੁੰਦੇ ਤੇ ਹੱਸਦੇ ਰਹਿੰਦੇ ਸਨ। ਮਾਤਾ ਨਾਨਕੀ ਜੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀਆਂ ਦੇ ਦਾਦੀ ਜੀ, ਛੇਵੇਂ ਪਾਤਸ਼ਾਹ ਮੀਰੀ ਪੀਰੀ ਦੇ ਮਹਿਲ ਮਾਤਾ ਨਾਨਕੀ ਜੀ ਬੜੇ ਪਿਆਰ ਦੇ ਨਾਲ ਆਪ ਜੀ ਨੂੰ ਇਸ਼ਨਾਨ ਕਰਾਉਂਦੇ ਤੇ ਗਹਿਣੇ ਪਹਿਨਾਉਂਦੇ ਤੇ ਆਪਣੇ ਹੱਥਾਂ ਨਾਲ ਖਾਣਾ ਪੀਣਾ ਕਰਾਉਂਦੇ। ਗੁਰੂ ਜੀ ਜਦ ਬਿਨਾਂ ਕਿਸੇ ਆਸਰੇ ਦੇ ਪੈਰਾਂ ਉੱਤੇ ਖੜੇ ਹੋਣ ਲੱਗ ਪਏ, ਇੱਕ ਤਰਖਾਣ ਆਪ ਜੀ ਵਾਸਤੇ ਇੱਕ ਸੁੰਦਰ ਗੰਢੀਰਾ ਬਣਾ ਕੇ ਲੈ ਕੇ ਆਇਆ। ਜਿਵੇਂ ਅੱਗੇ ਨਿੱਕੇ ਬੱਚੇ ਨੂੰ ਤੋਰਦੇ ਸੀ ਨਾ, ਗੰਢੀਰਾ ਬਣਿਆ ਹੁੰਦਾ ਲੱਕੜ ਦਾ,
ਉਹਨੂੰ ਫੜ ਕੇ ਉਹ ਬੱਚਾ ਤੁਰਦਾ ਸੀ, ਤੁਰਨਾ ਸਿੱਖ ਜਾਂਦਾ ਸੀ। ਇਸੇ ਤਰ੍ਹਾਂ ਇੱਕ ਤਰਖਾਣ ਆਪ ਜੀ ਵਾਸਤੇ ਇੱਕ ਸੁੰਦਰ ਗੰਢੀਰਾ ਲੈ ਕੇ ਆਇਆ। ਗੰਢੀਰੇ ਉੱਤੇ ਹੱਥ ਰੱਖ ਕੇ ਆਪ ਜੀ ਨੇ ਵਿਹੜੇ ਵਿੱਚ ਹੌਲੀ ਹੌਲੀ ਤੁਰ ਕੇ ਚੱਕਰ ਲਾਉਂਦੇ ਤੇ ਤੋਤਲੀ ਜ਼ਬਾਨ ਨਾਲ ਮੂੰਹ ਤੋਂ ਕੋਈ ਕੋਈ ਚਾ ਮਾਂ ਆਦਿਕ ਅੱਖਰ ਆਪਣੇ ਆਖਣ ਲੱਗ ਪਏ ਸਨ। ਆਂਡਣਾ ਗਵੰਡਣਾ ਆਪ ਜੀ ਵਾਸਤੇ ਅਨੇਕ ਪ੍ਰਕਾਰ ਦੇ ਸੁੰਦਰ ਖਿਡੌਣੇ, ਖੇਡਣ ਵਾਸਤੇ ਤੇ ਮਠਿਆਈਆਂ ਖਾਣ ਵਾਸਤੇ ਲਿਆ ਕੇ ਦਿੰਦੀਆਂ ਅਤੇ ਦਿਨ ਭਰ ਆਪ ਜੀ ਨੂੰ ਖਿਡਾਉਂਦੀਆਂ, ਹਸਾਉਂਦੀਆਂ ਤੇ ਲਾਡ ਲਡਾਉਂਦਿਆਂ ਰਹਿੰਦੇ ਸਨ। ਇਸ ਤਰ੍ਹਾਂ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੂੰ ਖੁਸ਼ ਕਰਕੇ ਉਹਨਾਂ ਦੇ ਮੁਖ ਤੋਂ ਆਪਣੇ ਮਨ ਦੀਆਂ ਮੁਰਾਦਾਂ ਦੇ ਬਚਨ ਅਖਵਾ ਕੇ ਕੋਈ ਪੁੱਤਰ ਮੰਗਦੀ ਤੇ ਕੋਈ ਪਤੀ ਦੀ ਸੁਖ ਸ਼ਾਂਤੀ ਮੰਗਦੀ, ਦੇਹ ਰੋਗਤਾ ਮੰਗਦੇ ਆਦਿਕ ਇਸ ਤਰ੍ਹਾਂ ਦੀਆਂ ਨਿੱਕੇ ਹੁੰਦਿਆਂ ਨੂੰ ਸਤਿਗੁਰੂ ਜੀ ਨੂੰ ਬੇਨਤੀਆਂ ਕਰਦੇ ਰਹਿੰਦੇ। ਜੋ ਵਰ ਸਰਾਪ ਦਾ ਬਚਨ ਕਿਸੇ ਨੂੰ ਗੁਰੂ ਜੀ ਦੇ ਮੁਖ ਤੋਂ ਪ੍ਰਸੰਨਤਾ ਨਾਲ ਇਉਂ ਸੁਭਾਵਿਕ ਹੀ ਨਿਕਲ ਜਾਂਦਾ, ਉਹੀ ਪੂਰਾ ਹੋ ਜਾਂਦਾ ਸੀ। ਆਖੋ ਸਤਿਨਾਮ। ਜੋ ਵੀ ਬਚਨ ਸਤਿਗੁਰੂ ਜੀ ਦੇ ਮੁਖਾਰ ਬਿੰਦ ਤੋਂ ਨਿਕਲਦਾ ਸਹਿਜ ਸੁਭਾਏ, ਉਹੀ ਹੀ ਬਚਨ ਪੂਰਾ ਹੋ ਜਾਂਦਾ ਸੀ। ਕਿਉਂ? ਕਿਉਂਕਿ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਨੇ ਸਾਰੀਆਂ ਆਪਣੀਆਂ ਸ਼ਕਤੀਆਂ ਦੇ ਕੇ ਆਪਣਾ ਪੁੱਤਰ ਬਣਾ ਕੇ ਸੰਸਾਰ ਦੇ ਉੱਤੇ ਭੇਜਿਆ ਸੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੂੰ। ਆਖੋ ਸਤਿਨਾਮ। ਅੱਗੇ ਗੁਰੂ ਜੀ ਦਾ ਬਾਲਕਾਂ ਨਾਲ ਖੇਡਣਾ। ਜਦ ਗੁਰੂ ਜੀ ਕੁਛ ਨੱਠਣ ਭੱਜਣ ਦੇ ਯੋਗ ਹੋ ਗਏ ਤਾਂ ਆਪ ਜੀ ਆਪਣੇ ਹਾਣੀ ਬਾਲਕਾਂ ਨਾਲ ਰਲ ਕੇ ਖੇਡਣ ਵਾਸਤੇ ਗਲੀ ਮੁਹੱਲੇ ਵਿੱਚ ਚਲੇ ਜਾਂਦੇ। ਮਾਮਾ ਕਿਰਪਾਲ ਦਾਸ ਜੀ ਕੋਈ ਹੋਰ ਇਤਵਾਰੀ ਸੇਵਾਦਾਰ ਸਦਾ ਆਪ ਜੀ ਦੇ ਨਾਲ ਨਾਲ ਰਹਿੰਦਾ ਸੀ। ਆਪ ਜੀ ਦੇ ਨਿਵਾਸ ਸਥਾਨ ਦੇ ਨੇੜੇ ਹੀ 2 ਫਲਾਂਗ ਤੇ ਗੰਗਾ ਨਦੀ ਵਗਦੀ ਹੈ। ਆਪ ਜੀ ਕਦੀ ਕਦੀ ਬੱਚਿਆਂ ਨਾਲ ਖੇਡਦੇ ਖੇਡਦੇ ਉੱਥੇ ਇਸ਼ਨਾਨ ਕਰਨ ਵਾਸਤੇ ਤਥਾ ਵੇੜੀ ਦੀ ਸੈਰ ਕਰਨ ਵਾਸਤੇ ਹੀ ਚਲੇ ਜਾਂਦੇ। ਇਸ਼ਨਾਨ ਸਮੇਂ ਮਾਮਾ ਕਿਰਪਾਲ ਚੰਦ ਜੀ ਆਪ ਜੀ ਦੀ ਬਾਂਹ ਫੜ ਕੇ ਘਾਟ ਉੱਤੇ ਇਸ਼ਨਾਨ ਕਰਵਾਉਂਦੇ ਅਤੇ ਜਦ ਬੇੜੀ ਵਿੱਚ ਸੈਰ ਕਰਨੀ ਹੁੰਦੀ ਤਾਂ ਮਾਮਾ ਕਿਰਪਾਲ ਚੰਦ ਜੀ ਆਪ ਜੀ ਨੂੰ ਗੋਦ ਵਿੱਚ ਲੈ ਕੇ ਬੇੜੀ ਦੇ ਵਿੱਚ ਬੈਠ ਜਾਂਦੇ ਸਨ। ਇੱਕ ਦਿਨ ਦੀ ਗੱਲ ਹੈ ਕਿ ਆਪ ਜੀ ਮਾਮਾ ਕਿਰਪਾਲ ਚੰਦ ਦੀ ਗੋਦ ਵਿੱਚ ਬੇੜੀ ਦੀ ਸੈਰ ਕਰ ਰਹੇ ਸਨ ਤਾਂ ਮਾਤਾ ਗੁਜਰ ਕੌਰ ਬੜਾ ਪਿਆਰ ਕਰਦੇ ਸਨ। ਮਾਮਾ ਕਿਰਪਾਲ ਚੰਦ ਦੀ ਡਿਊਟੀ ਲਾਈ ਹੋਈ ਸੀ, ਗੌਰ ਰੱਖਦੇ ਸੀ, ਨਾਲ ਨਾਲ ਰਹਿੰਦੇ ਸੀ। ਮਾਮਾ ਕਿਰਪਾਲ ਚੰਦ ਜੀ ਗੋਦ ਵਿੱਚ ਬੈਠ ਕੇ ਵੇੜੀ ਦੀ ਸੈਰ ਕਰ ਰਹੇ ਸਨ। ਗੰਗਾ ਦਾ ਪਾਣੀ ਉੱਪਰ ਹੀ ਉੱਪਰ ਚੜ੍ਹਦਾ ਆਵੇ। ਮਾਮਾ ਕਿਰਪਾਲ ਚੰਦ ਜੀ ਤੇ ਹੋਰ ਸਾਥੀ ਬਾਲਕ ਬਹੁਤ ਘਬਰਾਏ, ਪਰ ਅੰਤਰਜਾਮੀ ਸਤਿਗੁਰੂ ਜੀ ਨੇ ਆਪਣਾ ਇੱਕ ਚਰਨ ਬੇੜੀ ਦੇ ਵਿੱਚੋਂ ਹੇਠਾਂ ਲਮਕਾ ਕੇ ਪਾਣੀ ਨੂੰ ਸੁਹਾ ਦਿੱਤਾ। ਜਦੋਂ ਪਾਣੀ ਨੂੰ ਲਾਇਆ
ਪਵਿੱਤਰ ਚਰਨ ਦੀ ਸੋਭ ਪ੍ਰਾਪਤ ਕਰਕੇ ਪਾਣੀ ਤਤਕਾਲ ਹੀ ਹੇਠਾਂ ਆਪਣੀ ਅਸਲੇ ਟਿਕਾਣੇ ਤੇ ਚਲਿਆ ਗਿਆ। ਇਹ ਕੌਤਕ ਵੇਖ ਕੇ ਸਾਰੇ ਸਾਥੀ ਬੜੇ ਪ੍ਰਸੰਨ ਹੋਏ ਤੇ ਗੁਰੂ ਜੀ ਨੂੰ ਪੂਰਨ ਪੁਰਖ ਜਾਣ ਕੇ ਉਸ ਸਮੇਂ ਸਾਰਿਆਂ ਨੇ ਨਮਸਕਾਰਾਂ ਕੀਤੀਆਂ। ਆਖੋ ਸਤਿਨਾਮ। ਬਚਪਨ ਤੋਂ ਹੀ ਸਤਿਗੁਰੂ ਮਹਾਰਾਜ ਜੀ ਬੜੇ ਬੜੇ ਕੌਤਕ ਕਰਦੇ ਰਹਿੰਦੇ ਸਨ। ਇੱਕ ਗਵਾਂਢਣ ਬੁੱਢੀ ਮਾਂ ਨੂੰ ਖੰਝਾਉਣਾ, ਇਸ ਤਰ੍ਹਾਂ ਬਾਲਕਾਂ ਨਾਲ ਆਪ ਜੀ ਇੱਕ ਗਵਾਂਢਣ ਮਾਈ ਜੋ ਚਰਖਾ ਕੱਤਦੀ ਹੁੰਦੀ ਸੀ, ਚਰਖਾ ਕੱਤਦੀ ਹੁੰਦੀ ਸੀ, ਉਹਦੇ ਘਰ ਜਾ ਕੇ ਸੂਤਰ ਦੇ ਮੋਢੇ ਤੇ ਪੂਣੀਆਂ ਚੁੱਕ ਕੇ ਇੱਧਰ ਉੱਧਰ ਖਿਡਾਰ ਦਿੰਦੇ। ਬੁੱਢੀ ਮਾਤਾ ਬਹੁਤ ਤੰਗ ਪੈ ਜਾਂਦੀ ਆ ਅਤੇ ਘਰ ਆਣ ਕੇ ਮਾਤਾ ਜੀ ਨੂੰ ਉਲਾਂਭੇ ਦਿੰਦੀ। ਜਦ ਮਾਤਾ ਜੀ ਆਪ ਜੀ ਨੂੰ ਤਾੜਦੇ ਤਾਂ ਆਪ ਜੀ ਹੱਸਦੇ ਹੱਸਦੇ ਬਾਹਰ ਦੌੜ ਜਾਂਦੇ। ਇੱਕ ਦਿਨ ਮਾਈ ਨੇ ਆਪ ਜੀ ਨੂੰ ਮਾਰਨ ਵਾਸਤੇ ਇੱਕ ਸਟੀ ਆਪਣੇ ਪਾਸ ਰੱਖ ਲਈ, ਜੇ ਹੁਣ ਆਏਗਾ ਤੇ ਇਸ ਨੂੰ ਸਟੀ ਦੇ ਨਾਲ ਮਾਰਾਂਗੀ। ਪਰ ਆਪ ਜੀ ਨੇ ਅੱਖ ਬਚਾ ਕੇ ਮਾਈ ਦੀ ਸੜੀ ਪਹਿਲਾਂ ਚੁੱਕ ਕੇ ਭੱਜ ਗਏ ਤੇ ਫਿਰ ਪੂਣੀਆਂ ਚੁੱਕ ਕੇ ਖਿਡਾਰ ਦਿੱਤੀਆਂ। ਜਦ ਇੱਕ ਦਿਨ ਬੁੱਢੜੀ ਮਾਤਾ ਨੇ ਮਾਤਾ ਜੀ ਨੂੰ ਘਰ ਜਾ ਕੇ ਦੱਸਿਆ ਕਿ ਤੁਹਾਡਾ ਲਾਡਲਾ ਕਾਕਾ ਮੈਨੂੰ ਇਸ ਤਰ੍ਹਾਂ ਬੜਾ ਤੰਗ ਕਰਦਾ ਹੈ, ਮੈਨੂੰ ਸੂਤਰ ਕੱਤਣ ਨਹੀਂ ਦਿੰਦਾ ਅਤੇ ਹੋਰ ਬੱਚਿਆਂ ਨੂੰ ਉਹਦਾ ਗੁੱਸਾ ਦੂਰ ਕਰਨ ਵਾਸਤੇ ਉਸ ਨੂੰ ਕੁਝ ਪੈਸੇ ਅਤੇ ਕੁਝ ਕੱਪੜੇ ਦਿੱਤੇ। ਫਿਰ ਮਾਤਾ ਜੀ ਨੇ ਉਸ ਨੂੰ ਆਖਿਆ, ਮਾਈ ਤੂੰ ਮੇਰੇ ਬੱਚੇ ਨੂੰ ਕੋਈ ਵੱਧ ਦੁਆ ਨਾ ਦੇਈ, ਤੇਰਾ ਜੋ ਨੁਕਸਾਨ ਹੈ ਇਹ ਕਰੇ, ਤੂੰ ਮੇਰੇ ਪਾਸੋਂ ਉਹਦੇ ਪੈਸੇ ਲੈ ਲਿਆ ਕਰ, ਪਰ ਇਹਨੂੰ ਕੋਈ ਮਾਰੀ ਨਾ, ਕੋਈ ਘੂਰੀ ਨਾ। ਇਹ ਪਰਮੇਸ਼ਰ ਦਾ ਰੂਪ ਨੇ। ਮਾਈ ਨੇ ਕਿਹਾ, ਮੈਂ ਕੋਈ ਵੱਧ ਸੀਸ ਨਹੀਂ ਦੇਵਾਂਗੀ, ਮੇਰੇ ਘਰ ਭਾਵੇਂ ਰੋਜ਼ ਖੇਡਿਆ ਕਰੇ ਪਰ ਮੈਨੂੰ ਇਸ ਤਰ੍ਹਾਂ ਤੰਗ ਨਾ ਕਰਿਆ ਕਰੇ। ਇਹਦੀ ਲੱਖ ਵਰੇ ਦੀ ਉਮਰ ਹੋਵੇ, ਇਸ ਨੂੰ ਵੇਖ ਕੇ ਮੇਰੀਆਂ ਅੱਖਾਂ ਵੀ ਠੰਡੀਆਂ ਹੋ ਜਾਂਦੀਆਂ ਨੇ। ਜਦੋਂ ਮੈਂ ਦਰਸ਼ਨ ਕਰਦੀ ਆ ਗੋਬਿੰਦ ਰਾਏ ਦੇ ਤਾਂ ਮੇਰੀਆਂ ਅੱਖਾਂ ਠੰਡੀਆਂ ਹੋ ਜਾਂਦੀਆਂ ਨੇ, ਮੇਰਾ ਹਿਰਦਾ ਠੰਡਾ ਹੋ ਜਾਂਦਾ। ਪਰ ਜਦੋਂ ਪੂਣੀਆਂ ਖੰਡਿਆਉਂਦਾ ਹੈ ਉਦੋਂ ਮੈਨੂੰ ਥੋੜ੍ਹਾ ਜਿਹਾ ਮਹਿਸੂਸ ਹੋ ਜਾਂਦਾ। ਤਾਂ ਗੁਰਮੁਖ ਪਿਆਰਿਓ, ਅੱਗੇ ਇਤਿਹਾਸ 5 ਪੁੱਤਰਾਂ ਦਾ ਵਰ ਦੇਣਾ ਤੇ ਨਵੀਂ ਬੇੜੀ ਲੈਣੀ। ਨਵੀਂ ਬੇੜੀ ਲੈਣੀ। ਇੱਕ ਦਿਨ ਵੱਡੇ ਧਨੀ ਦੀ ਇਸਤਰੀ ਆਪਣੀਆਂ ਜਠਾਣੀਆਂ ਦਰਾਣੀਆਂ ਸਹਿਤ ਆਪਣੀ ਨੂੰਹ ਨੂੰ ਨਾਲ ਲੈ ਕੇ ਮਾਤਾ ਜੀ ਦੇ ਪਾਸ ਆਈ। ਪਟਨਾ ਸਾਹਿਬ ਦੀ ਧਰਤੀ ਤੇ ਗੁਰੂ ਜੀ ਖੇਡਦੇ ਖੇਡਦੇ ਮਾਤਾ ਜੀ ਦੀ ਗੋਦ ਵਿੱਚ ਆਣ ਕੇ ਬੈਠ ਗਏ। ਧਨੀ ਪੁਰਸ਼ ਦੀ ਇਸਤਰੀ ਨੇ ਆਪਣੀ ਨੂੰਹ ਨੂੰ ਮਾਤਾ ਜੀ ਦੇ ਚਰਨਾਂ ਪਾਸ ਬਿਠਾ ਕੇ ਬੇਨਤੀ ਕੀਤੀ ਕਿ ਅਸੀਂ ਤੁਹਾਡੀ ਸ਼ਰਨ ਦੇ ਵਿੱਚ ਆਏ ਹਾਂ, ਕਿਰਪਾ ਕਰਕੇ ਗੁਰੂ ਜੀ ਨੂੰ ਆਖੋ ਕਿ ਇਸ ਮੇਰੀ ਨੂੰਹ ਨੂੰ ਪੁੱਤਰ ਦਾ ਵਰ ਦੇ ਕੇ ਇਹਦੀ ਕੁੱਖ ਹਰੀ ਕਰਨ। ਤਾਂ ਗੁਰਮੁਖ ਪਿਆਰਿਓ, ਉਪਰੰਤ ਮਾਤਾ ਜੀ ਦੀ ਗੋਦ ਵਿੱਚ ਬੈਠ ਕੇ ਬਾਲ ਸੁਭਾਵ ਨਾਲ ਆਪ ਖੇਡ ਰਹੇ ਸੀ, ਕਿਉਂਕਿ ਨਿੱਕੀ ਜਿਹੀ ਉਮਰ ਸੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੀ। ਆਪ ਜੀ ਖੇਡ ਰਹੇ ਸਨ। ਗੁਰੂ ਜੀ ਨੂੰ ਸਾਰੀਆਂ ਇਸਤਰੀਆਂ ਨੇ ਹੱਥ ਜੋੜ ਕੇ ਬੇਨਤੀ ਕੀਤੀ ਕਿ ਮਹਾਰਾਜ, ਇਹ ਤੁਹਾਡੇ
ਇੱਕ ਵੱਡੇ ਸਾਹੂਕਾਰ ਸਿੱਖ ਦੀ ਨੂੰਹ ਹੈ। ਪੁੱਤਰ ਦੀ ਦਾਤ ਲੈਣ ਵਾਸਤੇ ਹਾਜ਼ਰ ਹੋਈ ਹੈ। ਤੁਸੀਂ ਮਿਹਰ ਕਰੋ ਇਹਦੇ ਘਰ ਪੁੱਤਰ ਹੋਵੇ। ਇਹਨਾਂ ਸਾਰੀਆਂ ਗੱਲਾਂ ਨੂੰ ਸੁਣ ਕੇ ਗੁਰੂ ਜੀ ਨੇ ਆਪਣੀ ਮਾਤਾ ਦੀ ਗੋਦ ਵਿੱਚ ਬੈਠੇ ਹੀ ਕਿਹਾ, ਜੇ ਇਹ ਪੁੱਤਰ ਲੈਣਾ ਚਾਹੁੰਦੀ ਹੈ ਤਾਂ ਇਹ ਸਾਨੂੰ ਆਪਣੀ ਇੱਕ ਸੁੰਦਰ ਬੇੜੀ ਜੋ ਇਹਨਾਂ ਨੇ ਹੁਣ ਬਣਵਾਈ ਹੈ ਉਹ ਦੇ ਦੇਣ, ਫਿਰ ਅਸੀਂ ਪੁੱਤਰ ਦਾ ਵਰ ਦੇਵਾਂਗੇ। ਹੱਸਦੇ ਹੱਸਦੇ ਮਹਾਰਾਜ ਜੀ ਨੇ ਆਖਿਆ, ਉਹ ਬੇੜੀ ਸਾਨੂੰ ਦੇ ਦੇਣ ਤੇ ਇਹਨਾਂ ਨੂੰ ਪੁੱਤਰ ਦੀ ਪ੍ਰਾਪਤੀ ਹੋ ਜਾਏਗੀ। ਆਪ ਜੀ ਦੀ ਇਹ ਗੱਲ ਸੁਣ ਕੇ ਸਭ ਇਸਤਰੀਆਂ ਖੁਸ਼ ਹੋ ਗਈਆਂ ਅਤੇ ਬੇੜੀ ਦੇਣੀ ਪ੍ਰਵਾਨ ਕਰ ਲਈ। ਕਹਿੰਦੇ ਜੀ ਕੋਈ ਗੱਲ ਨਹੀਂ, ਬੇੜੀ ਜਿਹੜੀ ਇਹ ਨਵੀਂ ਬਣਵਾਈ ਆ ਅਸੀਂ ਉਹ ਤੁਹਾਨੂੰ ਦੇ ਦਿਆਂਗੇ, ਭੇਟਾ ਕਰ ਦਿਆਂਗੇ। ਗੁਰੂ ਜੀ ਨੇ ਮਾਤਾ ਜੀ ਦੀ ਗੋਦ ਵਿੱਚੋਂ ਉੱਠ ਕੇ ਇੱਕ ਸੁਸਕੇ ਫੜ ਕੇ ਉਸ ਧਨੀ ਦੀ ਨੂੰਹ ਦੇ ਸਿਰ ਉੱਤੇ 1 2 3 4 5 ਗਿਣ ਕੇ ਲਾਈਆਂ ਤੇ ਫਰਮਾਇਆ, ਮਹਾਰਾਜ ਜੀ ਕਹਿੰਦੇ ਇਸ ਦੇ ਘਰ ਸਮੇਂ ਦੇ ਨਾਲ 5 ਪੁੱਤਰ ਹੋਣਗੇ। ਆਖੋ ਸਤਿਨਾਮ। ਜਿਹੜੀ ਪੁੱਤਰਾਂ ਨੂੰ ਤਰਸਦੀ ਸੀ, ਜਿਹੜੀ ਕਹਿੰਦੀ ਸੀ ਕੋਈ ਧੀ ਹੋ ਜਾਏ ਉਹੀ ਚੰਗਾ, ਕੁਛ ਵੀ ਹੋ ਜਾਏ, ਕੁੱਖ ਸੁਲੱਖਣੀ ਹੋ ਜਾਏ, ਜਿਹੜੀ ਤਰਸਦੀ ਸੀ ਤਾਂ ਸਤਿਗੁਰੂ ਜੀ ਨੇ ਆਖਿਆ, ਕਹਿੰਦੇ ਸਮੇਂ ਦੇ ਨਾਲ ਇਹਨਾਂ ਦੇ ਘਰ 5 ਪੁੱਤਰ ਹੋਣਗੇ। ਆਖੋ ਸਤਿਨਾਮ। ਆਪ ਜੀ ਦੇ ਇਹ ਬਚਨ ਸੁਣ ਕੇ ਸਭ ਇਸਤਰੀਆਂ ਬੜੇ ਪ੍ਰਕਾਰ ਦੀਆਂ ਭੇਟਾਂ ਲਿਆਈਆਂ ਸਨ। ਉਹ ਭੇਟ ਕਰਕੇ ਗੁਰੂ ਧੰਨ ਬਾਲਕ ਗੁਰੂ ਕਹਿੰਦੀਆਂ ਖੁਸ਼ ਹੋ ਕੇ ਘਰਾਂ ਨੂੰ ਚਲੀ ਗਈਆਂ। ਇਸੇ ਤਰ੍ਹਾਂ ਜੋ ਵੀ ਇਸਤਰੀ ਪੁਰਸ਼ ਗੁਰੂ ਜੀ ਦੇ ਪਾਸ ਸਰਦਾ ਧਰ ਕੇ ਆਉਂਦਾ ਤੇ ਆਪ ਜੀ ਉਸ ਦੀਆਂ ਮਨ ਦੀਆਂ ਭਾਵਨਾ ਪੂਰੀਆਂ ਕਰ ਦਿੰਦੇ ਸੀ। ਆਖੋ ਸਤਿਨਾਮ। ਮਨ ਦੀਆਂ ਭਾਵਨਾ ਇੱਛਾ ਸਤਿਗੁਰੂ ਜੀ ਪੂਰੀਆਂ ਕਰਦੇ ਸਨ, ਕਿਉਂਕਿ ਗੁਰਮੁਖ ਪਿਆਰਿਓ ਬੜੇ ਹੀ ਸਤਿਗੁਰੂ ਜੀ ਨਿੱਘੇ ਸੁਭਾਅ ਦੇ ਸਨ। ਮਹਾਰਾਜ ਜੀ ਬੜਾ ਪਿਆਰ ਵਾਲਾ ਸੁਭਾਅ, ਸਭ ਨੂੰ ਪਿਆਰ ਵੰਡਦੇ, ਸਭ ਦੇ ਹਿਰਦਿਆਂ ਨੂੰ ਸ਼ਾਂਤੀ ਦਿੰਦੇ। ਅੱਗੇ ਨਵਾਬ ਨੂੰ ਖਿਜਾਉਣਾ, ਜਿਹੜਾ ਨਵਾਬ ਸੀ, ਹੋਰ ਬਾਲਕਾਂ ਨਾਲ ਮਿਲ ਕੇ ਆਪ ਜੀ ਕਈ ਪ੍ਰਕਾਰ ਦੀਆਂ ਖੇਡਾਂ ਖੇਡਦੇ, ਆਪਣੇ ਸਿਰ ਤੇ ਕਲਗੀ ਲਾਉਂਦੇ ਅਤੇ ਹੱਥ ਵਿੱਚ ਤੀਰ ਕਮਾਨ ਰੱਖਦੇ। ਛੋਟੇ ਜਿਹੇ ਹੁੰਦੇ ਹੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਸੀਸ ਦੇ ਉੱਤੇ ਮਾਤਾ ਗੁਜਰ ਕੌਰ ਜੀ ਕਲਗੀ ਲਾਇਆ ਕਰਦੇ ਸਨ ਔਰ ਕੇਸਾਂ ਦਾ ਜੂੜਾ ਕਰਕੇ ਦਸਤਾਰ ਬੰਨ੍ਹ ਕੇ ਔਰ ਛੋਟੀ ਜਿਹੀ ਕਲਗੀ ਲਾ ਦਿਆ ਕਰਦੇ ਸਨ ਔਰ ਤੀਰ ਕਮਾਨ ਰੱਖਦੇ ਅਤੇ ਕਮਰ ਕਸਾ ਕਰਕੇ ਜਰਨੈਲ ਬਣ ਕੇ ਹੋਰ ਬਾਲਕਾਂ ਨੂੰ ਸਿਪਾਹੀ ਬਣਾ ਲੈਂਦੇ। ਉਹਨਾਂ ਦੀਆਂ ਟੋਲੀਆਂ ਆਮੋ ਸਾਹਮਣੇ ਖੜੀਆਂ ਕਰਕੇ, ਜਿਵੇਂ ਵੱਡੀਆਂ ਲੜਾਈਆਂ ਹੁੰਦੀਆਂ ਨੇ ਨਾ, ਇਸ ਤਰ੍ਹਾਂ ਝੂਠੀਆਂ ਲੜਾਈਆਂ ਜੀਆਂ ਲੜਦੇ ਅਤੇ ਆਪ ਇਹ ਸਭ ਇਉਂ ਜਾਪਦਾ ਕਿ ਆਪ ਯੁੱਧ ਦੇ ਰਣ ਖੇਤਰ ਦਾ ਅਭਿਆਸ ਕਰਦੇ ਸਨ। ਤਾਂ ਗੁਰਮੁਖ ਪਿਆਰਿਓ, ਛੋਟੇ ਹੁੰਦੇ ਹੀ ਆਪਣੇ ਸਾਥੀਆਂ ਨੂੰ, ਆਪਣੇ ਬਾਲਕਾਂ ਨੂੰ ਨਾਲ ਲੈ ਕੇ ਯੁੱਧ ਦਾ ਅਭਿਆਸ ਕਰਦੇ ਰਹਿੰਦੇ ਸੀ। ਆਖੋ ਸਤਿਨਾਮ। ਇੱਕ ਦਿਨ ਦੀ ਵਾਰਤਾ ਹੈ ਕਿ ਆਪ ਜੀ ਇਸ ਢੰਗ ਨਾਲ ਬਾਲਕਾਂ ਨਾਲ ਖੇਡ ਰਹੇ ਸਨ ਕਿ ਸ਼ਹਿਰ ਦਾ ਹਾਕਮ
ਹਾਥੀ ਦੇ ਉੱਤੇ ਚੜ੍ਹ ਕੇ ਉੱਥੋਂ ਦੀ ਲੰਘ ਰਿਹਾ ਸੀ। ਉਹਦੇ ਅੱਗੇ ਨਕੀਬ ਆਵਾਜ਼ਾਂ ਦਿੰਦੇ ਜਾ ਰਹੇ ਸਨ। ਜਿਵੇਂ ਹੁਣ ਆਪਾਂ ਸਤਿਗੁਰੂ ਮਹਾਰਾਜ ਜੀ ਲੈ ਕੇ ਜਾਂਦੇ ਆ ਪਾਵਨ ਪਵਿੱਤਰ ਸਰੂਪ, ਅੱਗੇ ਘੰਟੀ ਵੱਜਦੀ ਜਾਂਦੀ ਆ। ਕਾਹਦੇ ਵਾਸਤੇ? ਵੀ ਘੰਟੀ ਸੁਣ ਕੇ ਪਤਾ ਲੱਗ ਜਾਏ ਵੀ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਆ ਰਹੇ ਨੇ। ਇਸ ਵਾਸਤੇ ਅੱਗੇ ਘੰਟੀ ਵਜਾਈ ਜਾਂਦੀ ਆ ਵੀ ਜਿਹੜਾ ਕੋਈ ਬੈਠਾ ਹੈ ਉਹ ਖੜਾ ਹੋ ਜਾਏ, ਜਿਹੜਾ ਕੋਈ ਖੜਾ ਹੈ ਜੋੜਾ ਪਾਇਆ ਜੋੜਾ ਤਾਰ ਕੇ ਉਹ ਆਪਣਾ ਚਤੰਨ ਹੋ ਕੇ ਖੜ ਜਾਏ ਤੇ ਹੱਥ ਜੋੜ ਕੇ ਸਤਿਗੁਰੂ ਜੀ ਦੇ ਸਤਿਕਾਰ ਵਾਸਤੇ ਉਹ ਖੜ ਜਾਏ। ਇਸੇ ਤਰ੍ਹਾਂ ਜਦੋਂ ਨਵਾਬ ਆਉਂਦਾ ਸੀ, ਅੱਗੇ ਅੱਗੇ ਨਕੀਬ ਆਵਾਜ਼ਾਂ ਦਿੰਦੇ ਜਾ ਰਹੇ ਸਨ ਵੀ ਸਾਈਡ ਤੇ ਹੋ ਜਾਓ, ਖੜੇ ਹੋ ਜਾਓ, ਨਵਾਬ ਸਾਹਿਬ ਦੀ ਸਵਾਰੀ ਆ ਰਹੀ ਹੈ। ਖੜੇ ਹੋ ਕੇ ਹੱਥ ਜੋੜ ਕੇ ਸਭ ਫਿਰ ਉਹਨਾਂ ਨੂੰ ਸਲਾਮ ਕਰਦੇ ਸੀ। ਜਿਵੇਂ ਆਪਾਂ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੂੰ ਜਾਂਦਿਆਂ ਨੂੰ ਨਮਸਕਾਰ ਕਰਦੇ ਆ, ਜੋੜਾ ਤਾਰ ਕੇ ਨਮਸਕਾਰ ਕਰਦਾ। ਜੇ ਸਿਰ ਨੰਗਾ ਤੇ ਸਿਰ ਢੱਕ ਲੈਂਦੇ ਆ, ਕਿਉਂਕਿ ਸਤਿਗੁਰੂ ਮਹਾਰਾਜ ਜੀ ਦਾ ਸਤਿਕਾਰ ਹੈ। ਤਾਂ ਗੁਰਮੁਖ ਪਿਆਰਿਓ, ਸਾਰੇ ਉਸ ਸਮੇਂ ਜਦੋਂ ਨਵਾਬ ਆਉਂਦਾ ਸਾਰੇ ਹੱਥ ਜੋੜ ਕੇ ਸਲਾਮ ਕਰਨਾ। ਇਸ ਤਰ੍ਹਾਂ ਗੁਰੂ ਜੀ ਨੇ ਮੁੰਡਿਆਂ ਨੂੰ ਆਖਿਆ ਕਿ ਤੁਸੀਂ ਸਾਰਿਆਂ ਨੇ ਜਦੋਂ ਨਵਾਬ ਆਵੇਗਾ ਉਸ ਨੂੰ ਮੂੰਹ ਚੜਾਉਣਾ ਹੈ, ਉਹਨੂੰ ਆਪਾਂ ਨੇ ਦੰਦੀਆਂ ਕੱਢਣੀਆਂ ਨੇ, ਵਿਖਾਣੀਆਂ ਨੇ, ਉਹਨੂੰ ਚੜਾਉਣਾ ਹੈ। ਸੋ ਜਦ ਨਵਾਬ ਇਹਨਾਂ ਕੋਲੋਂ ਲੰਘਣ ਲੱਗਾ ਤਾਂ ਆਪਣੇ ਜਰਨੈਲ ਦੇ ਹੁਕਮ ਅਨੁਸਾਰ ਇਹਨਾਂ ਮੁੰਡਿਆਂ ਨੇ ਨਵਾਬ ਨੂੰ ਮੂੰਹ ਚੜਾਇਆ ਤੇ ਦੰਦੀਆਂ ਕੱਢੀਆਂ। ਬਾਲਕਾਂ ਦੇ ਇਸ ਕਰਤੱਵ ਵਿੱਚ ਭਾਵੇਂ ਵੱਡਿਆਂ ਦਾ ਸਤਿਕਾਰ ਦੀ ਉਲੰਘਣਾ ਸੀ, ਇਸ ਤਰ੍ਹਾਂ ਭਾਵੇਂ ਆਪ ਤੋਂ ਵੱਡਿਆਂ ਦੇ ਸਤਿਕਾਰ ਦੀ ਲੰਘਣਾ ਸੀ। ਮਹਾਰਾਜ ਜੀ ਆਪ ਤੋਂ ਵੱਡਿਆਂ ਦਾ ਸਤਿਕਾਰ ਕਰਦੇ ਸੀ ਤੇ ਕਰਾਉਂਦੇ ਸੀ ਤੇ ਅੱਜ ਵੀ ਕਰਾਉਂਦੇ ਨੇ। ਆਖੋ ਸਤਿਨਾਮ। ਪਰ ਉਹਦੇ ਵਿੱਚ ਵੀ ਕੋਈ ਰਾਜ ਹੁੰਦਾ, ਕੋਈ ਭੇਦ ਭਾਵ ਹੁੰਦਾ। ਤਾਂ ਗੁਰਮੁਖ ਪਿਆਰਿਓ, ਪਰ ਵੇਖਣਾ ਇਹ ਹੈ ਕਿ ਬਾਲਕ ਪਣੇ ਤੋਂ ਹੀ ਆਪ ਜੀ ਕਿਤਨੇ ਨਿਰਭੈ ਸਨ, ਕਿਸੇ ਤੋਂ ਡਰਦੇ ਨਹੀਂ ਸੀ, ਕਿਸੇ ਦੀ ਪਰਵਾਹ ਨਹੀਂ ਕਰਦੇ ਸੀ। ਬਾਲਕ ਸੁਭਾਅ ਤੋਂ ਛੋਟੇ ਹੁੰਦੇ ਹੀ ਨਵਾਬ ਨੂੰ ਸਾਰੇ ਮੁੰਡੇ ਅੱਖੜ ਮੁੰਡੇ ਸਮਝ ਕੇ ਸਧਾਰਨ ਹੀ ਅੱਗੇ ਲੰਘ ਗਿਆ। ਜਦੋਂ ਉਹਨਾਂ ਨੇ ਚਿੜਾਇਆ ਤਾਂ ਸਧਾਰਨ ਜੀ ਵੀ ਚਲੋ ਕੋਈ ਨਹੀਂ, ਬੱਚੇ ਨੇ, ਅੱਗੇ ਲੰਘ ਗਿਆ। ਤਾਂ ਗੁਰਮੁਖ ਪਿਆਰਿਓ, ਅੱਗੇ ਗਲੇਲੇ ਚਲਾਉਣਾ। ਇੱਕ ਦਿਨ ਇੱਕ ਸਾਥੀ ਮੁੰਡਾ ਆਪ ਜੀ ਵਾਸਤੇ ਇੱਕ ਗੁਲੇਲ ਲੈ ਕੇ ਆਇਆ। ਗੁਲੇਲ ਲੈ ਕੇ ਆਪ ਜੀ ਬੜੇ ਪ੍ਰਸੰਨ ਹੋਏ, ਬੜੇ ਖੁਸ਼ ਹੋਏ ਅਤੇ ਗਲੇਲੇ ਚਲਾਉਣ ਦਾ ਅਭਿਆਸ ਕਰਨ ਵਾਸਤੇ ਆਪ ਜੀ ਨੇ ਮਿੱਟੀ ਤੇ ਪਾਣੀ ਮੰਗਵਾ ਕੇ ਮੁੰਡਿਆਂ ਨੂੰ ਗਲੇਲੇ ਵੱਟਣ ਲਾ ਦਿੱਤਾ। ਜਦ ਬਹੁਤ ਸਾਰੇ ਗੁਲੇਲੇ ਵੱਟ ਕੇ ਤਿਆਰ ਹੋ ਗਏ, ਮਿੱਟੀ ਦੇ ਗੋਲ ਗੋਲ ਜੇ ਬਣਾ ਲਏ, ਜਿਵੇਂ ਗੋਲੀਆਂ ਹੁੰਦੀਆਂ ਨੇ ਗਲੇਲ ਦੇ ਵਿੱਚ ਪਾ ਕੇ ਚਲਾਉਣ ਵਾਸਤੇ। ਤਾਂ ਫਿਰ ਆਪ ਜੀ ਨੇ ਗੁਲੇਲਾ ਵੀ ਬਹੁਤ ਬਣਵਾਇਆ। ਇਸ ਤਰ੍ਹਾਂ ਗੁਲੇਲੇ ਤਿਆਰ ਕਰਵਾ ਕੇ ਆਪ ਜੀ ਮੁੰਡਿਆਂ ਨਾਲ ਰਲ ਕੇ ਰੋਜ਼ ਖੇਡਦੇ, ਅਭਿਆਸ ਕਰਦੇ, ਨਿਸ਼ਾਨੇ ਲਾਉਂਦੇ ਤੇ ਖੁਸ਼ ਹੁੰਦੇ। ਇਸ ਤਰ੍ਹਾਂ ਛੋਟੇ ਛੋਟੇ ਆਪਣੇ ਮੇਜ਼ ਤੇ ਸਾਤਰ ਵੀ ਬਣਵਾ ਕੇ ਆਪ ਜੀ ਉਹਨਾਂ ਨਾਲ ਖੇਡਦੇ, ਉਹਨਾਂ ਦੇ ਚਲਾਉਣ ਦਾ ਅਭਿਆਸ ਕਰਦੇ ਸਨ। ਇਸ ਤਰ੍ਹਾਂ ਖੇਡ ਕੇ ਜਦੋਂ ਘਰ ਆਉਂਦੇ ਤਾਂ ਮਾਤਾ ਜੀ ਨੂੰ ਖੇਡਣ ਦਾ ਸਾਰਾ ਬਿਰਤਾਂਤ ਸੁਣਾ ਕੇ ਦੱਸਦੇ ਵੀ ਮਾਤਾ ਜੀ ਅੱਜ ਅਸੀਂ ਇਸ ਤਰ੍ਹਾਂ ਖੇਡੇ ਆ, ਅੱਜ ਅਸੀਂ ਆਹ ਸ਼ਾਸਤਰਾਂ ਦਾ ਅਭਿਆਸ ਕੀਤਾ, ਅੱਜ ਅਸੀਂ
ਨਿਸ਼ਾਨੇ ਲਾਉਣੇ ਸਿੱਖੇ ਆ। ਮਾਤਾ ਜੀ ਮੂੰਹ ਸਿਰ ਚੁੰਮ ਕੇ ਪਿਆਰ ਕਰਦੇ ਤੇ ਸੀਸਾ ਦਿੰਦੇ। ਹੁਣ ਅੱਗੇ ਗੁਰਮੁਖ ਪਿਆਰਿਓ, ਸ੍ਰੀ ਗੁਰੂ ਤੇਗ ਬਹਾਦਰ ਮਹਾਰਾਜ ਜੀ ਰਾਜਾ ਰਾਮ ਸਿੰਘ ਜੀ ਦਾ ਅਸਾਮ ਦਾ ਕਾਰਜ ਸਿੱਧ ਕਰਕੇ ਵਾਪਸ ਪਟਨੇ ਆ ਗਏ। ਕੁਝ ਥੋੜਾ ਸਮਾਂ ਪਟਨੇ ਪਰਿਵਾਰ ਦੀ ਦੇਖਭਾਲ ਦਾ ਪ੍ਰਬੰਧ ਕਰਕੇ ਆਪ ਜੀ ਫਿਰ ਪੰਜਾਬ ਨੂੰ ਇਕੱਲੇ ਹੀ ਵਾਪਸ ਆ ਗਏ। ਸਾਰਾ ਪਰਿਵਾਰ ਦਿੱਲੀ ਆ ਤੇ ਆਪ ਜੀ ਗੁਰੂ ਤੇਗ ਬਹਾਦਰ ਮਹਾਰਾਜ ਜੀ ਪੰਜਾਬ ਨੂੰ ਵਾਪਸ ਆ ਗਏ। ਪਿੱਛੇ ਮਾਤਾ ਨਾਨਕੀ ਜੀ ਅਤੇ ਹੋਰ ਸਾਰੇ ਪਰਿਵਾਰ ਸਿੱਖ ਸੇਵਕਾਂ ਨੂੰ ਆਖਿਆ ਕਿ ਤੁਸੀਂ ਅਜੇ ਕੁਝ ਸਮਾਂ ਇੱਥੇ ਠਹਿਰੋ ਕਿ ਅਸੀਂ ਆਨੰਦਪੁਰ ਜਾ ਕੇ ਉਚਿਤ ਸਮਾਂ ਵੇਖ ਕੇ, ਵਧੀਆ ਸਮਾਂ ਵੇਖ ਕੇ ਤੁਹਾਨੂੰ ਸੱਦ ਲਵਾਂਗੇ। ਅੱਗੇ ਪਟਨੇ ਵਿੱਚ ਸਾਹਿਬਜ਼ਾਦੇ ਦੇ ਬਾਲ ਕੌਤਕ, ਘੜੇ ਭੰਨਣੇ ਔਰ ਮਿੱਠਾ ਖੂਹ ਖਾਰਾ ਹੋਣਾ ਸ੍ਰੀ ਗੁਰੂ ਤੇਗ ਬਹਾਦਰ ਮਹਾਰਾਜ ਜੀ ਜਦ ਸੰਮਤ 1728 ਵਿੱਚ ਪੰਜਾਬ ਨੂੰ ਆ ਗਏ ਤਾਂ ਉਸ ਸਮੇਂ ਸਾਹਿਬਜ਼ਾਦੇ ਦੀ ਉਮਰ 5 ਸਾਲ ਤੋਂ ਕੁਝ ਕੁ ਹੀ ਉੱਪਰ ਸੀ। ਗੁਰੂ ਗੋਬਿੰਦ ਸਿੰਘ ਮਹਾਰਾਜਿਆਂ ਦੀ ਉਮਰ ਉਦੋਂ 5 ਸਾਲ ਤੋਂ ਕੁਝ ਕੁ ਉੱਪਰ ਸੀ। ਆਪ ਜੀ ਨਿਤ ਨਵੇਂ ਤੋਂ ਨਵੇਂ ਕੌਤਕ ਕਰਕੇ ਖੇਡਾਂ ਕਰਦੇ ਤੇ ਸ਼ਾਸਤਰਾਂ ਨਾਲ ਬਹੁਤ ਪਿਆਰ ਕਰਦੇ ਸਨ। ਜਿੱਥੋਂ ਕਿਤੋਂ ਵੀ ਆਪਣੇ ਮੇਜ਼ ਤੇ ਛੋਟੇ ਛੋਟੇ ਸ਼ਾਸਤਰ ਮੰਗਵਾ ਕੇ ਇੱਕ ਪਲੰਘ ਉੱਤੇ ਰੱਖ ਕੇ ਉਹਨਾਂ ਨੂੰ ਰੋਜ਼ ਧੂਪ ਕਰਦੇ। ਜਿਹੜੇ ਸ਼ਾਸਤਰ ਨੇ ਨਾ, ਸ਼ਾਸਤਰਾਂ ਨੂੰ ਵੀ ਪੀਰਾਂ ਦਾ ਦਰਜਾ ਦਿੱਤਾ। ਆਖੋ ਸਤਨਾਮ। ਜਿਹੀ ਪੀਰ ਹਮਾਰੇ, ਸ਼ਾਸਤਰਾਂ ਨੂੰ ਪੀਰਾਂ ਦਾ ਦਰਜਾ ਦਿੱਤਾ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ। ਹੁਣ ਆਪਾਂ ਸਜਾਏ ਹੋਏ ਨੇ ਸ਼ਾਸਤਰ ਮਹਾਰਾਜ ਦੇ ਮੂਹਰੇ, ਜਿਵੇਂ ਚੱਕਰ ਤੀਰ ਮਹਾਰਾਜ ਦੇ ਮੂਹਰੇ ਸਜਾਏ ਹੋਏ ਨੇ ਨਾ। ਆਪਾਂ ਸਾਰੇ ਹੀ ਜਦੋਂ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੂੰ ਨਮਸਕਾਰ ਕਰਦੇ ਆ, ਉਦੋਂ ਹੀ ਸਮਝ ਲਓ ਸ਼ਾਸਤਰਾਂ ਨੂੰ ਵੀ ਨਮਸਕਾਰ ਹੋ ਜਾਂਦੀ ਹੈ। ਕੋ ਸਤਨਾਮ। ਤਾਂ ਗੁਰਮੁਖ ਪਿਆਰਿਓ, ਸ਼ਾਸਤਰਾਂ ਨੂੰ ਦੇਖ ਕੇ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਬੜੇ ਖੁਸ਼ ਹੁੰਦੇ ਸਨ। ਛੋਟੇ ਛੋਟੇ ਸ਼ਾਸਤਰ ਮੰਗਵਾ ਕੇ ਇੱਕ ਪਲੰਘ ਉੱਤੇ ਰੱਖ ਕੇ ਉਹਨਾਂ ਨੂੰ ਰੋਜ਼ ਧੂਪ ਚੰਦਨ ਆਦਿ ਛਿੜਕ ਕੇ ਉਹਨਾਂ ਦੀ ਪਰਿਕਰਮਾ ਕਰਕੇ ਨਮਸਕਾਰ ਕਰਦੇ ਸਨ। ਜਦ ਵੱਡੇ ਲੋਕ ਬੱਚੇ ਆਪ ਜੀ ਪਾਸ ਖੇਡਣ ਵਾਸਤੇ ਆਉਂਦੇ ਤਾਂ ਉਹਨਾਂ ਨੂੰ ਸ਼ਾਸਤਰਾਂ ਵਾਲੇ ਪਲੰਘ ਦੇ ਪਾਸ ਖੜਾ ਕਰਕੇ ਦੱਸਦੇ ਕਿ ਇਹਨਾਂ ਨਾਲ ਬੈਰੀਆਂ ਦਾ ਨਾਸ਼ ਕਰਾਂਗੇ। ਆਖੋ ਸਤਨਾਮ। ਦੇਖ ਲਓ 5 ਸਾਲ ਦੀ ਉਮਰ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਉਦੋਂ ਹੀ ਵਚਨ ਕਰਦੇ ਹੁੰਦੇ ਸੀ। ਆਪਣੇ ਸਾਥੀਆਂ ਨੂੰ ਲਵੇ ਖੜਾ ਕੇ ਜਦੋਂ ਕੋਈ ਵੱਡਾ ਧਨੀ ਲੋਕ, ਵੱਡੇ ਵੱਡੇ ਲੋਕ ਮਹਾਰਾਜ ਜੀ ਦੇ ਦਰਸ਼ਨ ਕਰਨ ਵਾਸਤੇ ਆਉਂਦੇ ਸਨ ਤਾਂ ਗੁਰਮੁਖ ਪਿਆਰੇ ਉਹ ਭੇਟਾ ਦੇ ਵਿੱਚ ਸ਼ਾਸਤਰੀ ਲੈ ਕੇ ਆਉਂਦੇ ਸੀ। ਉਸ ਸਮੇਂ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੂੰ ਕੋਈ ਘੋੜਾ ਭੇਟ ਕਰਦਾ ਸੀ, ਕੋਈ ਰਾਈਫਲ ਭੇਟ ਕਰਦਾ ਸੀ, ਕੋਈ ਤੀਰ ਭੇਟ ਕਰਦਾ ਸੀ। ਤੇ ਗੁਰਮੁਖ ਪਿਆਰਿਓ, ਮਹਿੰਗੇ ਤੋਂ ਮਹਿੰਗੇ ਸ਼ਾਸਤਰ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੂੰ ਲਿਆ ਕੇ ਭੇਟ ਕਰਦੇ ਸਨ ਸਿੱਖ। ਉਹਨਾਂ ਸ਼ਾਸਤਰਾਂ ਦੇ ਕੋਲ ਖੜ ਕੇ ਮਹਾਰਾਜ ਜੀ 5 ਸਾਲ ਦੀ ਉਮਰ ਆ, ਮਹਾਰਾਜ ਜੀ ਕਹਿੰਦੇ ਇਹਨਾਂ ਸ਼ਾਸਤਰਾਂ ਨਾਲ ਹੀ
बैरियां दा नाश करांगे। फिर गुलेल दे निशाने ला के मुंडियां नूं विखाउंदे ते बड़े खुश होंदे। गुरु घर दे विहड़े विच एक खूह सी, जिसदा पानी चंगा होण करके महल्ले दीयां इस्त्रियां घड़े भरन आउंदियां सन ते आप जी उन्हां दे घड़े दे भरे होए घड़े जदों ਉਹ सिर ते चुक के पानी घर नूं ਜਾਂਦੀਆਂ ਸਨ ਤਾਂ ਪਿੱਛੋਂ ਗਲੇਲ ਦੇ ਨਾਲ ਘੜਾ ਭੰਨ ਦਿੰਦੇ ਸਨ। ਜਦ ਉਹਨਾਂ ਇਸਤਰੀਆਂ ਦੇ ਘੜੇ ਭੰਨੇ ਜਾਣ ਤੇ ਕੱਪੜੇ ਪਾਣੀ ਨਾਲ ਭਿੱਜ ਜਾਣ ਤਾਂ ਆਪ ਜੀ ਆਪਣੇ ਸਾਥੀਆਂ ਸਹਿਤ ਬਹੁਤ ਹੱਸਦੇ ਤੇ ਦੌੜ ਜਾਣਾ। ਇਹਦੇ ਵਿੱਚ ਵੀ ਕੋਈ ਰਾਜ ਸੀ ਵੀ ਮਹਾਰਾਜ ਜੀ ਘੜਾ ਕਿਉਂ ਭੰਨਦੇ ਸਨ, ਕਿਉਂ ਨਿਸ਼ਾਨਾ ਲਾਉਂਦੇ ਸਨ। ਇਹਦੇ ਵਿੱਚ ਵੀ ਕੋਈ ਰਾਜ ਸੀ। ਮਾਤਾ ਜੀ ਨੂੰ ਉਹਨਾਂ ਇਸਤਰੀਆਂ ਨੇ ਰੋਜ਼ ਉਲਾਂਭੇ ਦੇਣੇ ਤੇ ਮਾਤਾ ਜੀ ਨੇ ਉਹਨਾਂ ਨੂੰ ਘੜੇ ਦਾ ਮੁੱਲ ਦੇ ਕੇ ਸ਼ਾਂਤ ਕਰ ਦੇਣਾ। ਕੋਈ ਨਹੀਂ ਧੀਓ, ਬਾਲਕ ਪਰਮੇਸ਼ਰ ਦਾ ਰੂਪ, ਇਹਨੂੰ ਕੁਝ ਨਾ ਆਖਿਓ। ਕੋਈ ਨਹੀਂ, ਆ ਚੱਕੋ ਤੁਸੀਂ ਘੜੇ ਦੇ ਪੈਸੇ। ਇੱਕ ਦਿਨ ਆਪ ਜੀ ਪਾਣੀ ਦੇ ਘੜੇ ਦੀ ਥਾਂ ਇੱਕ ਇਸਤਰੀ ਦੇ ਮੱਥੇ ਵਿੱਚ ਲੱਗ ਗਿਆ, ਜਿਸ ਨਾਲ ਉਹਦੇ ਮੱਥੇ ਚੋਂ ਲਹੂ ਚੋਣ ਲੱਗ ਗਿਆ। ਉਹ ਇਸਤਰੀ ਨੇ ਇਸ ਤਰ੍ਹਾਂ ਪੀੜਤ ਹੋ ਕੇ ਮਾਤਾ ਗੁਜਰੀ ਜੀ ਨੂੰ ਬੜਾ ਸਖਤ ਉਲਾਮਾ ਦਿੱਤਾ। ਮਾਤਾ ਜੀ ਨੇ ਗੁੱਸੇ ਨਾਲ ਹੱਥ ਵਿੱਚ ਛੋਟੀ ਫੜ ਕੇ ਜਦ ਆਪ ਜੀ ਨੂੰ ਤਾੜਨ ਗਏ ਤਾਂ ਆਪ ਜੀ ਮਾਤਾ ਨੂੰ ਗੁੱਸੇ ਵਿੱਚ ਵੇਖ ਕੇ ਲੁਕ ਗਏ। ਮਾਤਾ ਗੁਜਰ ਕੌਰ ਜੀ ਨੂੰ ਵੀ ਹੁਣ ਗੁੱਸੇ ਦੇ ਵਿੱਚ ਨੇ, ਹੁਣ ਮਾਰਨਗੇ, ਤੇ ਲੁਕ ਗਏ। ਇਸ ਤਰ੍ਹਾਂ ਗੁੱਸੇ ਵਿੱਚ ਆਈ ਹੋਈ ਮਾਤਾ ਗੁਜਰੀ ਜੀ ਨੇ ਗੁਰੂ ਨਾਨਕ ਸਾਹਿਬ ਜੀ ਦਾ ਨਾਮ ਲੈ ਕੇ ਮਾਤਾ ਗੁਜਰੀ ਜੀ ਨੇ ਗੁਰੂ ਨਾਨਕ ਸਾਹਿਬ ਦਾ ਨਾਮ ਲੈ ਕੇ ਖਵਾਜਾ ਖਿਜਰ ਵਰਨ ਦੇਵਤੇ ਨੂੰ ਬੇਨਤੀ ਕੀਤੀ ਕਿ ਨਿਤ ਦਾ ਕਲੇਸ਼ ਤੇ ਉਲਾਂਭੇ ਬੰਦ ਕਰਨ ਵਾਸਤੇ ਇਹ ਖੂਹ ਦਾ ਪਾਣੀ ਖਾਰਾ ਕਰ ਦਿਓ। ਆਖੋ ਸਤਨਾਮ। ਖਾਰਾ ਪਾਣੀ ਹੋਣ ਕਰਕੇ ਇਸ ਖੂਹ ਦੇ ਉੱਤੇ ਫਿਰ ਕੋਈ ਨਹੀਂ ਆਏਗਾ ਔਰ ਕੋਈ ਵੀ ਪਾਣੀ ਭਰਨ ਨਹੀਂ ਆਵੇਗਾ ਤੇ ਨਾ ਹੀ ਸ਼ਰਾਰਤਾਂ ਕਰਕੇ ਉਲਾਂਭੇ ਲੈਣਗੇ। ਸੋ ਵਰਨ ਦੇਵਤਾ ਨੇ ਮਾਤਾ ਜੀ ਦੀ ਆਗਿਆ ਅਨੁਸਾਰ ਉਸ ਖੂਹ ਦਾ ਪਾਣੀ ਉਸ ਦਿਨ ਤੋਂ ਹੀ ਖਾਰਾ ਕਰ ਦਿੱਤਾ। ਆਖੋ ਸਤਨਾਮ। ਸੋ ਆਓ ਬਾਕੀ ਪ੍ਰਸੰਗ ਅੱਗੇ ਕੱਲ ਨੂੰ ਸਰਵਣ ਕਰਿਓ। ਸਿਉਨੇ ਦਾ ਕੜਾ ਗੰਗਾ ਦੇ ਵਿੱਚ ਸੁੱਟਣਾ। ਮਹਾਰਾਜ ਜੀ ਦੇ ਕੜਾ ਪਾਇਆ ਹੋਇਆ ਸਿਉਨੇ ਦੇ ਨਿੱਕੇ ਨਿੱਕੇ, ਤੇ ਮਾਤਾ ਉਹ ਕੜਾ ਸਿਉਨੇ ਦਾ ਗੰਗਾ ਦੇ ਵਿੱਚ ਸੁੱਟ ਦਿੱਤਾ। ਤੇ ਜਦੋਂ ਮਾਤਾ ਜੀ ਨੇ ਪੁੱਛਣ ਲੱਗਿਆ ਪੁੱਤਰ ਕੜਾ ਕਿੱਥੇ ਆ, ਕਹਿੰਦੇ ਉਹ ਤਾਂ ਗੰਗਾ ਸਿੱਟ ਦਿੱਤਾ। ਕਹਿੰਦੇ ਕਿੱਥੇ ਆ, ਸਾਨੂੰ ਦੱਸ। ਤਾਂ ਗੁਰਮੁਖ ਪਿਆਰਿਓ ਮਾਤਾ ਜੀ ਕਹਿੰਦੇ ਕਿੱਥੇ ਸਿੱਟਿਆ, ਜਦੋਂ ਲੈ ਕੇ ਗੰਗਾ ਦੇ ਕਿਨਾਰੇ ਦੂਸਰਾ ਕੱਢ ਕੇ ਵਗਾ ਕੇ ਮਾਰਿਆ, ਕਹਿੰਦੇ ਇੱਥੇ ਸਿੱਟਿਆ। ਤਾਂ ਗੁਰਮੁਖ ਪਿਆਰਿਓ ਇਹੋ ਜਿਹੇ ਕੌਤਕ ਬਾਲਕ ਰੂਪ ਦੇ ਵਿੱਚ ਗੁਰੂ ਗੋਬਿੰਦ ਸਿੰਘ ਮਹਾਰਾਜ ਜੀਆਂ ਦੇ ਦੇਖ ਕੇ ਬੜੇ ਹੈਰਾਨ ਤੇ ਪ੍ਰਸੰਨ ਹੁੰਦੇ। ਤੇ ਅੱਗੇ ਫਿਰ ਜਿਹੜਾ ਇਤਿਹਾਸ ਆ ਸਿਵਦੱਤ ਪੰਡਤ ਨੂੰ ਕਿਵੇਂ ਦਰਸ਼ਨ ਦਿੱਤੇ। ਸਿਵਦੱਤ ਪੰਡਤ ਉਹ ਪੰਡਤ ਸੀ ਜਿਹਨੂੰ ਲੋਕੀ ਲੱਖਾਂ ਲੋਕੀ ਪੂਜਦੇ ਸਨ, ਲੱਖਾਂ ਲੋਕੀ ਮੰਨਦੇ ਸਨ। ਜਿਵੇਂ ਭੀਖ ਮਸਾ ਕਢਾਮ ਦੇ ਭੀਖ ਮਸਾ ਪੀਰ ਨੂੰ ਮੰਨਦੇ ਸਨ, ਇਸੇ ਤਰ੍ਹਾਂ। ਤਾਂ ਗੁਰਮੁਖ ਪਿਆਰਿਓ ਫਿਰ ਭੀਖ ਆਪਣੇ ਸਿਵਦੱਤ ਪੰਡਤ ਨੂੰ ਕਿਵੇਂ ਦਰਸ਼ਨ ਹੋਏ, ਕੀ ਕੀ ਹੋਇਆ, ਇਹ ਕਰਿਓ ਕੱਲ ਦੇ ਇਤਿਹਾਸ ਦੇ ਸਰਵਣ। ਆਓ ਗੁਰਬਾਣੀ ਪੜ੍ਹਦਿਆਂ ਸੁਣਦਿਆਂ ਕੋਲੋਂ ਇੱਕ ਨਿੱਕਾ ਹੀ ਪ੍ਰਕਾਰ ਦੀਆਂ ਗਲਤੀਆਂ ਭੁੱਲਾਂ ਚੁੱਕਾ ਹੋ ਜਾਂਦੀਆਂ ਨੇ। ਸੰਗਤਾਂ ਸਤਿਗੁਰੂ ਜੀ ਬਖਸ਼ਣ ਹਰ ਹਨ। ਅੱਜ ਮੈਨੂੰ ਲੱਗਦਾ ਵੀ ਆਪਣੇ ਸਪੀਕਰ ਨੇ ਜਿਹੜੇ ਉਹਨੂੰ ਪਤਾ ਨਹੀਂ ਕਿ ਤਾਂ ਜੁੰਟਾਂ ਝੜ ਗਈਆਂ, ਬੰਦ ਹੋਏ ਪਏ ਨੇ। ਸਵੇਰੇ ਪਾਠ ਕਰਦੇ ਸੀ ਉਦੋਂ ਬੰਦ ਹੋ ਗਏ ਸੀ। ਉਹਨਾਂ ਦੀ ਦੇਖਭਾਲ ਕਰਾਂਗੇ ਨੇ ਵੀ ਕੀ ਹੋ ਗਿਆ।
ਸੋ ਆਓ ਗੁਰੂ ਘਰ ਦੇ ਨਾਲ ਜੁੜਿਆ ਕਰੋ, ਸੇਵਾ ਕਰਿਆ ਕਰੋ, ਸਿਮਰਨ ਕਰਕੇ ਭਾਈ ਆਪਣੇ ਮਨੁੱਖਾ ਜਨਮ ਨੂੰ ਸਫਲਾ ਬਣਾਉਣ ਦਾ ਯਤਨ ਕਰਿਆ ਕਰੋ। ਲੋਕ ਸੁਖੀਏ ਪਰਲੋਕ ਸਹਿਲੇ, ਨਾਨਕ ਹਰ ਪ੍ਰਭ ਆਪੇ ਮਿਲੇ। ਆਓ ਹੁਣ ਸ਼ਲੋਕ ਦੇ ਵਿੱਚ ਬੋਲ ਕੇ ਰਸਨਾ ਨੂੰ ਕਰੀਏ ਪਵਿੱਤਰ ਅਰਦਾਸ। ਹੁਕਮਨਾਮਾ ਸਾਹਿਬ ਕੜਾ ਪ੍ਰਸਾਦ ਦੀਆਂ ਦਿਗਾਂ ਲੈ ਕਰਕੇ ਫਿਰ ਆਪੋ ਆਪਣੇ ਕਾਰੋ ਵਿਹਾਰ ਕਰਨੇ ਨੇ। ਲੋਕ ਸੁਖੀਏ ਪਰਲੋਕ ਸਹਿਲੇ, ਨਾਨਕ ਹਰ ਪ੍ਰਭ ਆਪੇ ਮਿਲੇ। ਸ਼ਲੋਕ ਪਵਨ ਗੁਰੂ ਪਾਣੀ ਪਿਤਾ, ਮਾਤਾ ਤਰਤ ਮਹਤਾ, ਦਿਵਸ ਰਾਤ ਦੋ ਦਾਈ ਦਇਆ, ਖੇਲੇ ਸਗਲ ਜਗਤ, ਚੰਗਿਆਈਆਂ ਵਰਿਆਈਆਂ, ਬਚੈ ਧਰਮ ਹਦੂਰ, ਕਰਮੀ ਆਪੋ ਆਪਣੀ, ਕੇ ਨੇੜੇ ਕੇ ਦੂਰ, ਜਿਨੀ ਨਾਮ ਤੇ ਆਇਆ, ਗਏ ਮਸਕਤ ਕਾਲ। ਜਿਨੀ ਨਾਮ ਤੇ ਆਇਆ, ਗਏ ਮਸਕਤ ਕਾਲ, ਨਾਨਕ ਤੇ ਮੁਖੇ ਉਜਲੇ, ਕੀਤੀ ਛੁੱਟੀ ਨਾਲ। ਜਿਨੀ ਨਾਮ ਤੇ ਆਇਆ, ਗਏ ਮਸਕਤ ਕਾਲ, ਕੀਤੀ ਛੁੱਟੀ ਨਾਲ। ਜਿਨੀ ਨਾਮ ਤੇ ਆਇਆ, ਗਏ ਮਸਕਤ ਕਾਲ, ਨਾਨਕ ਤੇ ਮੁਖੇ ਉਜਲੇ, ਕੀਤੀ ਛੁੱਟੀ ਨਾਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ